तो स्टूडेंट्स आप आज अपना ਜਿਹੜਾ 8ਵਾਂ ਐਸੇ ਹੈ ਗਦਰੀ ਬਾਬਾਜ਼ ਇਨ ਕਾਲਾ ਪਾਣੀ ਜੇਲ੍ਹ, ਇਹ ਸਾਡਾ ਰਹਿੰਦਾ ਹੈ ਚੈਪਟਰ। ਬਾਕੀ ਆਪਾਂ 7 ਦੇ 7 ਐਸੇ ਦੇ ਜਿਹੜੇ ਮਲਟੀਪਲ ਚੋਇਸ ਕੁਐਸਚਨਸ ਹੈ ਉਹ ਕਵਰ ਕਰ ਲਏ ਨੇ। ਅੱਜ ਆਪਾਂ ਇਸ ਨੂੰ ਕਵਰ ਕਰਾਂਗੇ। ਕੱਲ ਅਸੀਂ 2 ਚੈਪਟਰਸ ਦੇ ਕਰੇ ਸੀ, ਇਸ ਤੋਂ ਪਹਿਲਾਂ ਵਾਲੇ 2 ਐਸੇ ਹੈ ਜਿਹੜੇ ਟੂ ਜੈਂਟਲਮੈਨ ਆਫ ਵਿਰੋਨਾ ਤੇ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ। ਤਾਂ ਬੇਟਾ ਆਪਾਂ ਇਹ ਜਿਹੜਾ ਚੈਪਟਰ ਹੈ ਅਸੀਂ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਹੈ, ਪੂਰਾ ਅਸੀਂ ਚੈਪਟਰ ਦਾ ਟੈਕਸਟ ਬੜਾ ਚੰਗਾ ਸਮਝਿਆ ਹੋਇਆ ਹੈ। ਮੈਂ ਇਸ ਦੇ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਹੈ ਅਤੇ ਉਸ ਤੋਂ ਬਾਅਦ ਇਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਇਸ ਦੀਆਂ ਐਕਸਰਸਾਈਜ਼ ਦੀ ਸੋਲੂਸ਼ਨ ਅਤੇ ਲੌਂਗ ਆਨਸਰ ਟਾਈਪ ਕੁਐਸਚਨ ਇਹ ਆਪਾਂ ਸਾਰੇ ਕਵਰ ਕੀਤੇ ਹੋਏ ਹੈ, ਕਾਪੀਆਂ ਤੇ ਵੀ ਕੀਤੇ ਹੋਏ ਹੈ ਤੇ ਤੁਸੀਂ ਵੀਡੀਓਜ਼ ਦੇ ਜ਼ਰੀਏ ਵੀ ਇਹਨਾਂ ਦੀ ਰਿਵੀਜ਼ਨ ਕਰਦੇ ਰਹਿੰਦੇ ਹੋ। ਤਾਂ ਇਹ ਸਾਡਾ ਜਿਹੜਾ ਆਬਜੈਕਟਿਵ ਟਾਈਪ ਕੁਐਸਚਨ ਹੈ ਇਹ ਆਪਣੇ ਰਹਿੰਦੇ ਸੀ, ਤਾਂ ਅੱਜ ਆਪਾਂ ਕਵਰ ਕਰ ਲੈਂਦੇ ਹਾਂ। ਤਾਂ ਸਾਡਾ ਪਹਿਲਾ ਕੁਐਸਚਨ ਹੈ ਜੀ ਕਿ ਦਾ ਫਰੀडम ਫਾਈਟਰਸ ਵਰ ਕੈਪਟ ਇਨ ਡੈਸ਼ ਸੈਲਸ। ਫਰੀडम ਫਾਈਟਰ ਜਿਹੜੇ ਸਾਡੇ ਸੁਤੰਤਰਤਾ ਸੰਗਰਾਮੀ ਨੇ, ਆਜ਼ਾਦੀ ਦੇ ਘੁਲਾਟੀ ਉਹਨਾਂ ਨੂੰ ਕਿਹਾ ਜਾਂਦਾ, ਤਾਂ ਉਹਨਾਂ ਨੂੰ ਕਿੱਥੇ ਰੱਖਿਆ ਜਾਂਦਾ ਸੀ? ਇਨ ਡੈਸ਼ ਸੈਲਸ। ਸੈੱਲ ਤੁਹਾਨੂੰ ਪਤਾ ਬੱਚਿਓ ਬਹੁਤ ਹੀ ਛੋਟਾ ਜਿਹਾ ਕਮਰਾ ਹੁੰਦਾ ਹੈ, ਇਸਦੀ ਡਾਈਮੈਂਸ਼ਨ ਵੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਵਿੱਚ ਦੱਸੀ ਸੀ, ਉਸ ਨੂੰ ਕਿਹਾ ਜਾਂਦਾ ਹੈ। ਤਾਂ ਇਕੱਲੇ ਰਹਿੰਦੇ ਸੀਗੇ ਜੀ, ਇਸ ਕਰਕੇ ਅਸੀਂ ਇੱਥੇ ਲਿਖਾਂਗੇ ਲੋਨਲੀ। ਤਾਂ ਇੱਕ ਤੁਸੀਂ ਧਿਆਨ ਰੱਖਿਓ ਕਿ ਏ ਦੇ ਵਿੱਚ ਲਵਲੀ ਆਇਆ ਹੈ ਤੇ ਸੀ ਦੇ ਵਿੱਚ ਲੋਨਲੀ ਆਇਆ ਹੈ। ਤਾਂ ਦੇਖੋ ਸਿਰਫ ਐਨ ਤੇ ਵੀ ਦਾ ਫਰਕ ਹੈ, ਤਾਂ ਜਲਦਬਾਜ਼ੀ 'ਚ ਏ ਤੇ ਟਿਕ ਨਾ ਲਾਇਓ, ਕਿਤੇ ਲਵਲੀ ਪਾਇਓ ਤਾਂ ਲੋਨਲੀ ਹੈ ਜੀ। ਲੋਨਲੀ ਦਾ ਮਤਲਬ ਜਿਹੜਾ ਬੰਦਾ ਇਕੱਲਾ ਰਹਿੰਦਾ ਹੈ ਉਸ ਨੂੰ ਕਹਿੰਦੇ ਆ। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਮਲਟੀਪਲ ਚੋਇਸ ਕੁਐਸਚਨ ਦੇ ਜਿਹੜੇ ਬੇਟਾ ਆਨਸਰਸ ਹੁੰਦੇ ਆ ਨਾ, ਇਹਨਾਂ ਨੂੰ ਇੱਕ ਵਾਰੀ ਦੇਖ ਲਿਆ ਕਰੋ, ਅੱਧਾ ਕਮੈਂਟ ਲਾ ਲਿਆ ਕਰੋ, ਆਪਣੇ ਕੋਲੇ ਬਹੁਤ ਟਾਈਮ ਹੁੰਦਾ। ਹੂ ਕਮਿਟਡ ਸੁਸਾਈਡ ਇਨ ਕਾਲਾਪਾਨੀ ਜੇਲ੍ਹ। ਤਾਂ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦਾ ਬੇਟਾ ਜ਼ਿਕਰ ਆਇਆ ਇਸ ਚੈਪਟਰ ਦੇ ਵਿੱਚ, ਕਿਉਂਕਿ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸੀ, ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀ, ਗਾਲੀ ਗਲੋਚ ਕੀਤੀ ਜਾਂਦੀ ਸੀ ਅੰਗਰੇਜ਼ਾਂ ਵੱਲੋਂ, ਜਿਹੜੇ ਪੁਲਿਸ ਆਫੀਸ਼ੀਅਲ ਸੀਗੇ ਉਸ ਜੇਲ੍ਹ ਦੇ। ਤਾਂ ਉਹਨਾਂ ਚੋਂ ਵਿਚਾਰੇ ਜਿਹੜੇ ਕਈ ਸਾਡੇ ਸੁਤੰਤਰਤਾ ਸੰਗਰਾਮੀ ਸੀਗੇ, ਉਹ ਇਹ ਜਿਹੜਾ ਵਤੀਰਾ ਸੀ ਉਸ ਨੂੰ ਨਾ ਸਹਾਰਦੇ ਹੋਏ ਕਈ ਸੁਸਾਈਡ ਵੀ ਕਰ ਲੈਂਦੇ ਸੀ। ਤਾਂ ਇਹੀ ਪੁੱਛਿਆ ਗਿਆ ਕਿ ਕਾਲਾਪਾਨੀ ਜੇਲ੍ਹ ਦੇ ਵਿੱਚ ਕਿਸ ਨੇ ਆਤਮ ਹੱਤਿਆ ਕੀਤੀ ਸੀ, ਕਿਹੜੇ ਗਦਰੀ ਬਾਬੇ ਨੇ ਆਤਮ ਹੱਤਿਆ ਕੀਤੀ ਸੀ? ਤਾਂ ਆਨਸਰ ਹੈ ਜੀ ਇੰਦੂ ਭੂਸ਼ਣ। ਹਾਲਾਂਕਿ ਦੇਖੋ ਬਾਕੀ ਸਭ ਦਾ ਜ਼ਿਕਰ ਆਇਆ ਹੈ, ਵੀਜੀ ਪਿੰਗਲੇ ਦਾ ਵੀ ਚੈਪਟਰ 'ਚ ਜ਼ਿਕਰ ਆਇਆ, ਉਲਾਸਕਰ ਦੱਤ ਦਾ ਵੀ ਆਇਆ, ਲੇਕਿਨ ਜਿਹੜਾ ਸੁਸਾਈਡ ਕੀਤਾ ਸੀ ਬੇਟਾ ਇਹ ਇੰਦੂ ਭੂਸ਼ਣ ਨੇ ਕੀਤਾ ਸੀ। ਇਸ ਕਰਕੇ ਤੁਸੀਂ ਇਸ ਤੇ ਟਿਕ ਲਗਾ ਕੇ ਆਣਾ ਹੈ, ਇਹ ਆਨਸਰ ਲਿਖ ਕੇ ਆਣਾ ਹੈ। ਥਰਡ ਹੈ ਜੀ ਕਿ ਹਾਊ ਮੈਨੀ ਗਦਰਾਈਟਸ ਲੌਸਟ देयर ਲਾਈਵਸ ਇਨ ਦਾ ਕਾਲਾਪਾਨੀ ਜੇਲ੍ਹ। ਕਾਲਾਪਾਨੀ ਜੇਲ੍ਹ ਦੇ ਵਿੱਚ ਕਿੰਨੇ ਗਦਰੀ ਬਾਬਿਆਂ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋਇਆ, ਮਤਲਬ ਆਪਣੀ ਜ਼ਿੰਦਗੀ ਗਵਾਤੀ ਉਹਨਾਂ ਨੇ, ਜਿੱਥੇ ਉਹ ਮਤਲਬ ਕਿ ਉਹਨਾਂ ਨੂੰ ਰੱਖਿਆ ਗਿਆ ਸੀ ਅਤੇ ਉਹ ਉੱਥੇ ਰਹਿੰਦੇ ਹੋਏ ਵੀ ਉਹ ਮਤਲਬ ਉਹਨਾਂ ਦੀ ਡੈਥ ਹੋ ਗਈ। ਤਾਂ ਟੋਟਲ 8 ਸੀਗੇ ਜੀ, ਇਹ 8 ਗਦਰੀ ਬਾਬਿਆਂ ਨੇ ਆਪਣੀ ਜ਼ਿੰਦਗੀ ਕਾਲਾਪਾਨੀ ਜੇਲ੍ਹ ਬਿਤਾਉਂਦੇ ਹੋਏ ਗਵਾਤੀ ਸੀਗੀ, ਉਹਨਾਂ ਦੀ ਡੈਥ ਹੋ ਗਈ ਸੀ। ਫੋਰਥ ਹੈ ਜੀ ਦਾ ਵੈਦਰ ਇਨ ਪੋਰਟ ਬਲੇਅਰ ਵਾਸ ਵੈਰੀ। ਹੁਣ ਪੋਰਟ ਬਲੇਅਰ ਤੁਹਾਨੂੰ ਪਤਾ ਬੱਚਿਓ ਜਿਹੜਾ ਅੰਡੇਮਾਨ ਨਿਕੋਬਾਰ ਹੈ, ਜਿੱਥੇ ਕਾਲਾਪਾਨੀ ਜੇਲ੍ਹ ਹੈ ਪੋਰਟ ਬਲੇਅਰ, ਇਹ ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਹੈ। ਤਾਂ ਇਹ ਕੁਐਸਚਨ ਉਸ ਦੇ ਬਾਰੇ ਹੀ ਹੈ ਕਿ ਜਿਹੜਾ ਵੈਦਰ ਸੀ, ਵੈਦਰ ਦਾ ਮਤਲਬ ਮੌਸਮ, ਜਿਹੜਾ ਮੌਸਮ ਸੀ ਉਹ ਕਿਦਾਂ ਦਾ ਸੀ? ਦੇਖੋ ਪਲੇਜ਼ੈਂਟ ਬਿਲਕੁਲ ਨਹੀਂ ਸੀ। ਪਲੇਜ਼ੈਂਟ ਦਾ ਮਤਲਬ ਹੁੰਦਾ ਵੀ ਜਿਹੜਾ ਬਹੁਤ ਹੀ ਸੁਹਾਵਣਾ ਹੋਵੇ, ਇਹੋ ਜਿਹਾ ਤਾਂ ਕੁਝ ਨਹੀਂ ਸੀ, ਵੰਡਰਫੁਲ ਵੀ ਨਹੀਂ ਸੀ। ਤੇ ਫੌਗੀ ਦਾ ਮਤਲਬ ਜਿੱਥੇ ਧੁੰਦ ਵਗੈਰਾ ਰਹਿੰਦੀ ਹੈ ਇਹੋ ਜਿਹਾ ਵੀ ਕੁਝ ਨਹੀਂ ਸੀ। ਤਾਂ ਇਨਕਲੀਮੈਂਟ ਵੈਦਰ ਸੀ। ਇਨਕਲੀਮੈਂਟ ਦਾ ਮਤਲਬ ਮੈਂ ਤੁਹਾਨੂੰ ਬੇਟਾ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਸਮਝਾਇਆ ਸੀ ਵੀ ਜਿੱਥੇ ਨਾ ਵੈਦਰ ਇਸ ਤਰ੍ਹਾਂ ਦਾ ਹੋਵੇ, ਸਿੱਲਾ ਜਾ ਹੋਵੇ, ਐਦਾਂ ਦਾ ਵੈਦਰ ਨਾ ਹੋਵੇ ਜਿੱਥੇ ਆਪਾਂ ਮਤਲਬ ਕਿ ਬੜਾ ਕੰਫਰਟੇਬਲ ਜਿਹਾ ਫੀਲ ਕਰੀਏ। ਹੁਣ ਸਪੋਜ਼ ਕਰੋ ਗਰਮੀਆਂ ਦੇ ਵਿੱਚ ਨਾ ਕਈ ਵਾਰੀ ਨਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਆਪਾਂ ਨੂੰ ਮੁੜ ਮੁੜ ਪਸੀਨਾ ਹੀ ਆਈ ਜਾਂਦਾ ਹੈ, ਤਾਂ ਐਦਾਂ ਦਾ ਵੈਦਰ ਹੈ ਉੱਥੇ, ਇਨਕਲੀਮੈਂਟ ਵੈਦਰ। ਤਾਂ ਅਸੀਂ ਇਸ ਤਰ੍ਹਾਂ ਇਸ ਦਾ ਆਨਸਰ ਲਿਖਾਂਗੇ। ਫਿਫਥ ਕੁਐਸਚਨ ਹੈ ਦਾ ਫਰਸਟ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ ਬਿਲੋਂਗ ਟੂ। ਕਿ ਪੋਲੀਟੀਕਲ ਪ੍ਰਿਜ਼ਨਰਸ ਦਾ ਜਿਹੜਾ ਪਹਿਲਾ ਗਰੁੱਪ ਸੀਗਾ, ਪੋਲੀਟੀਕਲ ਦਾ ਮਤਲਬ ਰਾਜਨੀਤਿਕ ਅਪਰਾਧੀ, ਰਾਜਨੀਤਿਕ ਅਪਰਾਧੀ ਜਿਨ੍ਹਾਂ ਤੇ ਕਨਸਪੀਰੇਸੀ ਕੇਸ ਚੱਲੇ ਸੀ। ਯਾਦ ਕਰੋ ਆਪਾਂ ਗਦਰੀ ਬਾਬਾ ਦਿਨ ਕਾਲਾਪਾਨੀ ਜੇਲ੍ਹ ਦੇ ਵਿੱਚ ਬਹੁਤ ਸਾਰੀਆਂ ਕਨਸਪੀਰੇਸੀਜ਼ ਕੇਸਿਸ ਦਾ ਜ਼ਿਕਰ ਆਇਆ ਸੀ, ਲਾਹੌਰ ਕਨਸਪੀਰੇਸੀ ਕੇਸ, ਤਾਂ ਹੋਰ ਵੀ ਕਈ ਸਾਰੇ ਸੀਗੇ। ਤਾਂ ਉਹ ਜਿਹੜੇ ਉਸ ਕੇਸਾਂ ਦੇ ਵਿੱਚ ਜਿਹੜੇ ਫੜੇ ਜਾਂਦੇ ਸੀ ਲੋਕ, ਉਹਨਾਂ ਨੂੰ ਫਿਰ ਪੋਲੀਟੀਕਲ ਪ੍ਰਿਜ਼ਨਰ ਕਿਹਾ ਜਾਂਦਾ ਸੀ। ਤਾਂ ਉਹਨਾਂ ਦਾ ਜਿਹੜਾ ਪਹਿਲਾ ਗਰੁੱਪ ਸੀ ਉਹ ਕਿਹੜੇ ਕੇਸ ਦੇ ਨਾਲ ਰਿਲੇਟਡ ਸੀ? ਤਾਂ ਦੇਖੋ ਇੱਥੇ ਹੁਣ ਉਹ ਸਾਰੇ ਕਨਸਪੀਰੇਸੀ ਕੇਸ ਦਾ ਜ਼ਿਕਰ ਆਇਆ, ਅਲੀਪੁਰ ਕਨਸਪੀਰੇਸੀ ਕੇਸ, ਨਾਸਿਕ ਕਨਸਪੀਰੇਸੀ ਕੇਸ, ਲਾਹੌਰ ਕਨਸਪੀਰੇਸੀ ਤੇ ਨਨ ਆਫ ਦਾ ਅਬਵ।
ਇਹ ਤਿੰਨਾਂ ਕੇਸਾਂ ਦਾ ਜ਼ਿਕਰ ਆਇਆ, ਦੇਖੋ ਅਲੀਪੁਰ, ਨਾਸਿਕ ਤੇ ਲਾਹੌਰ, ਤਿੰਨਾਂ ਦਾ ਜ਼ਿਕਰ ਆਇਆ ਚੈਪਟਰ ਦੇ ਵਿੱਚ। ਲੇਕਿਨ ਇਹਦੇ ਵਿੱਚ ਜਿਹੜਾ ਇੱਕ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਹੈ ਅਲੀਪੁਰ। ਅਲੀਪੁਰ ਵਾਲੇ ਕਨਸਪੀਰੇਸੀ ਕੇਸ ਦੇ ਵਿੱਚ ਜਿਹੜੇ ਅਪਰਾਧੀ ਫੜੇ ਗਏ ਸੀ ਉਹਨਾਂ ਨੂੰ ਪਹਿਲੇ ਗਰੁੱਪ ਦੇ ਤੌਰ ਤੇ ਇੱਥੇ ਲਿਆਂਦਾ ਗਿਆ ਸੀਗਾ। who continued the hunger strike for 4 months in the ਕਾਲਾਪਾਨੀ ਜੇਲ੍ਹ। who ਦਾ ਮਤਲਬ ਇੱਥੇ ਪਰਸਨ ਤੋਂ ਪੁੱਛਿਆ ਗਿਆ ਕਿ ਕਿਹੜੇ ਪਰਸਨ ਨੇ ਕਾਲਾਪਾਨੀ ਜੇਲ੍ਹ ਦੇ ਵਿੱਚ 4 ਮਹੀਨੇ ਹੰਗਰ ਸਟ੍ਰਾਈਕ ਕੀਤੀ ਸੀ, ਭੁੱਖ ਹੜਤਾਲ ਕੀਤੀ ਸੀ। ਤਾਂ ਬੱਚਿਓ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਬਹੁਤ ਸਾਰੇ ਗਦਰੀ ਬਾਬਿਆਂ ਦਾ ਨਾਮ ਆਇਆ ਹੈ, ਕਈ ਗਦਰੀ ਬਾਬਿਆਂ ਨੇ ਕਾਰਨਾਮੇ ਕੀਤੇ ਨੇ ਉੱਥੇ ਰਹਿੰਦੇ ਹੋਏ। ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਗਦਰੀ ਬਾਬਾ ਪ੍ਰਿਥਵੀ ਸਿੰਘ ਆਜ਼ਾਦ, ਜਿਸ ਨੇ ਕਿ 4 ਮਹੀਨੇ ਦੇਖੋ ਭੁੱਖ ਹੜਤਾਲ ਕੀਤੀ ਹੈ। 4 ਮਹੀਨੇ ਭੁੱਖਾ ਰਿਹਾ, ਕਿਉਂ? ਕਿਉਂਕਿ ਉਹ ਜਿਹੜਾ ਵਤੀਰਾ ਕਰਦੇ ਸੀਗੇ ਉਸ ਦੇ ਪ੍ਰਤੀ ਅੰਗਰੇਜ਼, ਉਸ ਨੂੰ ਨਾ ਸਹਾਰਦੇ ਉਸਨੇ ਭੁੱਖ ਹੜਤਾਲ ਕੀਤੀ ਸੀ। What was the color of the turbans of the warders? ਤਾਂ ਜਿਹੜੇ ਉੱਥੇ ਦੇ ਵਾਰਡਰ ਸੀਗੇ, ਤੁਹਾਨੂੰ ਦੱਸਿਆ ਨਾ ਕਿ ਕਈ ਤਰੀਕੇ ਦੇ ਉੱਥੇ ਪੁਲਿਸ ਆਫੀਸ਼ੀਅਲ ਸੀਗੇ, ਕੁਝ ਛੋਟੇ ਅਧਿਕਾਰੀ ਸੀ, ਕੁਝ ਵੱਡੇ ਅਧਿਕਾਰੀ ਸੀ। ਜਿਹੜੇ ਵਾਰਡਰ ਸੀਗੇ ਛੋਟੇ ਆਫੀਸ਼ੀਅਲ ਸੀਗੇ, ਤਾਂ ਉਹਨਾਂ ਦੀ ਟਰਬਨ, ਉਹਨਾਂ ਦੀ ਪਗੜੀ ਦਾ ਕਲਰ ਕੀ ਸੀਗਾ ਜੀ? ਰੈੱਡ। ਤਾਂ ਧਿਆਨ ਰੱਖਣਾ, ਜਿਹੜੇ ਵਾਰਡਰ ਸੀਗੇ ਨਾ ਉਹਨਾਂ ਦੀ ਟਰਬਨ ਪਗੜੀ ਦਾ ਕਲਰ ਕੀ ਹੈ ਜੀ? ਰੈੱਡ। 8ਵਾਂ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਹੂ ਸਲੈਬਡ ਸੁਪਰਡੈਂਟ ਮਰੇ ਹਾਰਡ ਇਨ ਦਾ ਜੇਲ। ਤਾਂ ਤੁਹਾਨੂੰ ਪਤਾ ਬੱਚਿਓ ਕਿ 3 ਸੀਗੇ ਬੰਦੇ ਜਿਹੜੇ ਕਿ ਬਹੁਤ ਹੀ ਤੰਗ ਕਰਦੇ ਸੀਗੇ। ਸੁਪਰਡੈਂਟ ਮਰੇ ਸੀਗਾ ਤੇ 2 ਜਣੇ ਹੋਰ ਵੀ ਸੀਗੇ। ਤਾਂ ਸੁਪਰਡੈਂਟ ਮਰੇ ਦੇ ਥੱਪੜ ਕਿਸਨੇ ਮਾਰਿਆ ਸੀ ਤੇ ਬੜਾ ਜ਼ੋਰ ਕੇ ਮਾਰਿਆ ਸੀ? ਹਾਰਡ ਦਾ ਮਤਲਬ ਜ਼ੋਰ ਕੇ ਥੱਪੜ ਮਾਰਿਆ ਸੀ ਜੇਲ੍ਹ ਦੇ ਵਿੱਚ। ਤਾਂ ਉਹ ਕੌਣ ਸੀਗਾ? ਤਾਂ ਉਹ ਸੀਗਾ ਜੀ ਛਤਰ ਸਿੰਘ। ਤਾਂ ਛਤਰ ਸਿੰਘ ਹੈ ਜੀ ਗਦਰੀ ਬਾਬਾ ਜਿਸ ਨੇ ਕਿ ਥੱਪੜ ਮਾਰਿਆ ਸੀਗਾ ਸੁਪਰਡੈਂਟ ਮਰੇ ਦੇ। ਇੰਪੋਰਟੈਂਟ ਕੁਐਸਚਨ ਹੈ ਬੇਟਾ, ਪੇਪਰ 'ਚ ਆ ਸਕਦਾ, ਧਿਆਨ 'ਚ ਰੱਖਣਾ। 9ਵਾਂ ਹੈ ਜੀ ਕਿ ਨੇਮ ਦਾ ਰੈਵੋਲੂਸ਼ਨਰੀ ਹੂ ਡਾਈਡ ਇਨ ਹਸਪੀਟਲ ਡਿਊ ਟੂ ਸੀਵੀਅਰ ਬੀਟਿੰਗ। ਤਾਂ ਇੱਕ ਅਜਿਹੇ ਕ੍ਰਾਂਤੀਕਾਰੀ ਦਾ ਨਾਮ ਦੱਸੋ। ਰੈਵੋਲੂਸ਼ਨਰੀ ਦਾ ਮਤਲਬ ਹੁੰਦਾ ਬੱਚੋ ਕ੍ਰਾਂਤੀਕਾਰੀ, ਜਿਸ ਦੀ ਡੈਥ ਹਸਪੀਟਲ 'ਚ ਹੋਈ ਕਿਉਂਕਿ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਸੀਵੀਅਰ ਬੀਟਿੰਗ, ਬਹੁਤ ਜ਼ਿਆਦਾ ਮਾਰਿਆ ਕੁੱਟਿਆ ਗਿਆ, ਜਿਸ ਕਰਕੇ ਪਹਿਲਾਂ ਤਾਂ ਉਸ ਨੂੰ ਹਸਪੀਟਲ ਲੈ ਕੇ ਜਾਇਆ ਗਿਆ, ਬਟ ਹਸਪੀਟਲ ਦੇ ਵਿੱਚ ਵੀ ਉਸਦੀ ਜਾਨ ਨਹੀਂ ਬਚੀ। ਉਹ ਕੌਣ ਸੀਗਾ ਜੀ? ਭਾਨ ਸਿੰਘ। ਤਾਂ ਬੇਟਾ ਦੇਖੋ ਨਾ, ਇਹ ਕਿੰਨੇ ਸਾਰੇ ਗਦਰੀ ਬਾਬਿਆਂ ਦਾ ਜ਼ਿਕਰ ਆਇਆ, ਹਰ ਇੱਕ ਦੇ ਨਾਲ ਕੁਛ ਨਾ ਕੁਛ ਹੋਇਆ ਹੈ। ਭਾਨ ਸਿੰਘ ਦੀ ਹਸਪੀਟਲ 'ਚ ਜਿਹੜੀ ਕੁੱਟਮਾਰ ਹੋਈ ਉਹਦੇ ਕਰਕੇ ਡੈਥ ਹੋਈ। ਛਤਰ ਸਿੰਘ ਨੇ ਉਹਦੇ ਥੱਪੜ ਮਾਰੇ ਆ ਸੁਪਰਡੈਂਟ ਮਰੇ ਦੇ। ਪ੍ਰਿਥਵੀ ਸਿੰਘ ਆਜ਼ਾਦ ਨੇ 4 ਮਹੀਨੇ ਸਟ੍ਰਾਈਕ ਕੀਤੀ। ਤੇ ਉਸ ਤੋਂ ਪਹਿਲਾਂ ਅਸੀਂ ਪੜ੍ਹਿਆ ਸੀਗਾ ਕਿ ਇੰਦੂ ਭੂਸ਼ਣ ਨੇ ਸੁਸਾਈਡ ਕੀਤਾ ਸੀ। ਤਾਂ ਐਵੇਂ ਨਾ ਤੁਸੀਂ ਯਾਦ ਰੱਖਣਾ ਇਹ। ਇਹਨਾਂ ਵਿੱਚੋਂ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ, ਇੱਕ ਨਾ ਏਦਾਂ ਕੁਐਸਚਨ ਪੇਪਰ 'ਚ ਜ਼ਰੂਰ ਆਊਗਾ, ਕੋਈ ਆ ਜੇ ਤਾਂ ਇਸ ਨੂੰ ਰਿਵਾਈਜ਼ ਕਰ ਲੈਣਾ। ਈਜ਼ੀ ਹੈ, ਜੇ ਆਪਾਂ ਪੜ੍ਹੇ ਹੋਣਗੇ, ਥੋੜਾ ਜਿਹਾ ਰਿਵਾਈਜ਼ ਕੀਤਾ ਹੋਊਗਾ ਤਾਂ ਫਿਰ ਆਪਾਂ ਆਨਸਰ ਈਜ਼ੀਲੀ ਦੇ ਪਾਵਾਂਗੇ। 10ਵਾਂ ਕੁਐਸਚਨ ਹੈ ਜੀ ਕਿ ਵਾਟ ਡਿਡ ਡੇਵਿਡ ਪੈਰੀ ਆਸਕ ਦਾ ਪ੍ਰਿਜ਼ਨਰ ਟੂ ਫੋਲੋ। ਤੁਹਾਨੂੰ ਪਤਾ ਨਾ ਕਿ ਜਿਹੜਾ ਡੇਵਿਡ ਬੈਰੀ ਸੀਗਾ, ਜਿਹੜਾ ਕਿ ਆਪਣੇ ਆਪ ਨੂੰ ਪਰਮਾਤਮਾ ਹੀ ਮੰਨਦਾ ਸੀ ਉਸ ਜੇਲ੍ਹ ਦਾ, ਤਾਂ ਉਹ ਜਿਹੜੇ ਪ੍ਰਿਜ਼ਨਰਸ ਆਉਂਦੇ ਸੀ, ਕੈਦੀ ਆਉਂਦੇ ਸੀ, ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਡਰੈਸ ਕਰਦਾ ਹੁੰਦਾ ਸੀ। ਤੇ ਫਿਰ ਉਹ ਉਸ ਐਡਰੈਸ ਦਾ ਮਤਲਬ ਉਹਨਾਂ ਨੂੰ ਕੁਝ ਕਹਿੰਦਾ ਹੁੰਦਾ ਸੀਗਾ। ਤੇ ਫਿਰ ਉਹ ਕੀ ਕਹਿੰਦਾ ਉਹਨਾਂ ਨੂੰ? ਕਹਿੰਦੇ ਜੀ ਤੁਹਾਨੂੰ ਇਸ ਜੇਲ੍ਹ ਦੇ ਵਿੱਚ ਜੇ ਤੁਸੀਂ ਕਦੇ ਕਿਸੇ ਨਾਲ ਮਤਲਬ ਜਿਹੜਾ ਤੁਹਾਡਾ ਅਫੀਸ਼ੀਅਲ ਹੈ, ਅਧਿਕਾਰੀ ਹੈ, ਅੰਗਰੇਜ਼ ਅਧਿਕਾਰੀ ਹੈ, ਜੇ ਉਹਦਾ ਕਹਿਣਾ ਨਾ ਮੰਨਿਆ ਤਾਂ ਹੋ ਸਕਦਾ ਹੈ ਕਿ ਪਰਮਾਤਮਾ ਤਾਂ ਤੁਹਾਨੂੰ ਮਾਫ ਕਰ ਦੇਵੇ, ਪਰ ਮੈਂ ਨਾ ਕਰਾਂ। ਤਾਂ ਇਦਾਂ ਦੀਆਂ ਉਹ ਨਾ ਬੜੇ ਵੱਡੇ ਵੱਡੇ ਡਾਇਲੋਗ ਮਾਰਦਾ ਹੁੰਦਾ ਸੀ। ਤਾਂ ਉਹ ਡਾਇਲੋਗ ਦੇ ਵਿੱਚ ਉਹ ਬੜਾ ਕਹਿੰਦਾ ਸੀ ਤੁਸੀਂ ਰੂਲਸ ਮੰਨਣੇ ਨੇ, ਆਰਡਰਸ ਮੰਨਣੇ ਨੇ। ਤਾਂ ਇਹੀ ਕੁਐਸਚਨ ਪੁੱਛਿਆ ਗਿਆ ਕਿ ਡੇਵਿਡ ਬੈਰੀ ਕੈਦੀਆਂ ਨੂੰ ਕੀ ਫੋਲੋ ਕਰਨ ਲਈ ਕਹਿੰਦਾ ਸੀ, ਵੀ ਉਹ ਕਿਸ ਚੀਜ਼ ਨੂੰ ਮੰਨਣ। ਤਾਂ ਰੂਲਸ ਐਂਡ ਆਰਡਰਸ, ਕਿ ਤੁਸੀਂ ਜਿਹੜੇ ਤੁਹਾਡੇ ਤੇ ਰੂਲਸ ਲਗਾਏ ਜਾਂਦੇ ਨੇ ਤੁਸੀਂ ਉਹਨਾਂ ਨੂੰ ਫੋਲੋ ਕਰਨਾ ਹੈ ਤੇ ਹੁਕਮ ਮੰਨਣੇ ਹੈ। 11ਵਾਂ ਕੁਐਸਚਨ ਹੈ ਜੀ ਕਿ ਵੀਡੀ ਸਾਵਰਕਰ ਵਾਜ਼ ਅ ਰੈਵੋਲੂਸ਼ਨਰੀ ਬੇਸਡ ਇਨ ਡੈਸ਼। ਤਾਂ ਵੀਡੀ ਸਾਵਰਕਰ ਬਹੁਤ ਹੀ ਨਾਮ ਹੈ ਜੀ ਸਾਡੇ ਇਤਿਹਾਸ ਦੇ ਵਿੱਚ, ਤਾਂ ਉਹ ਵੀ ਕ੍ਰਾਂਤੀਕਾਰੀ ਹੋਏ ਨੇ। ਤਾਂ ਉਹ ਕਿੱਥੇ ਰਹਿੰਦੇ ਸੀ? ਤਾਂ ਉਹ ਜੀ ਲੰਡਨ ਬੇਸਡ ਸੀਗੇ। ਲੰਡਨ ਦੇ ਵਿੱਚ ਰਹਿ ਕੇ ਉਹਨਾਂ ਨੇ ਜਿਹੜਾ ਆਪਣੀ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦਾ ਜੋ ਵੀ ਉਹਨਾਂ ਨੇ ਕੰਮ ਕੀਤਾ ਸੀ, ਤਾਂ ਉੱਥੇ ਜ਼ਿਆਦਾਤਰ ਕੰਮ ਲੰਡਨ ਦੇ ਵਿੱਚ ਕੀਤਾ ਸੀ। ਤਾਂ ਉਹ ਲੰਡਨ ਬੇਸਡ ਰੈਵੋਲੂਸ਼ਨਰੀ ਸੀ। 12ਵਾਂ ਹੈ ਦਾ ਪੀਨਲ ਕਲੋਨੀ ਵਾਸ ਕ੍ਰੀਏਟਡ ਟੂ ਡੈਸ਼ ਦਾ ਰੈਬਲਸ ਐਂਡ ਦਾ ਹਾਰਡਨਡ ਕ੍ਰਿਮੀਨਲਸ। ਪੀਨਲ ਕਲੋਨੀ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਚੈਪਟਰ ਦੇ ਵਿੱਚ, ਜਿਹੜੀ ਇੱਕ ਛੋਟੀ ਜਿਹੀ ਕਲੋਨੀ ਹੈ ਜਿੱਥੇ ਕਿ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ। ਤਾਂ ਉਹ ਜਿਹੜੀ ਬਣਾਈ ਗਈ ਸੀ ਤਾਂ ਕਿ ਜਿਹੜੇ ਰੈਬਲਸ ਨੇ, ਵਿਦਰੋਹੀ ਨੇ, ਉਹਨਾਂ ਨੂੰ ਉੱਥੇ ਡੈਸ਼ ਕੀਤਾ ਜਾਵੇ, ਅਤੇ ਇੱਕ ਤਾਂ ਰੈਬਲਸ ਨੂੰ ਰੱਖਿਆ ਜਾਵੇ, ਦੂਜੇ ਹਾਰਡਨਡ ਕ੍ਰਿਮੀਨਲ ਜਿਹੜੇ ਕੁਖਿਆਤ ਅਪਰਾਧੀ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਹਾਰਡਨਡ ਕ੍ਰਿਮੀਨਲਸ, ਤੇ ਜਿਹੜੇ ਕੁਖਿਆਤ ਅਪਰਾਧੀਆਂ ਉੱਥੇ ਰੱਖਿਆ ਜਾਂਦਾ ਸੀ। ਤਾਂ ਕਾਹਦੇ ਲਈ ਰੱਖਿਆ ਜਾਂਦਾ ਸੀਗਾ ਜੀ? ਸੈਟਲ ਕਰਨ ਲਈ ਕਿ ਟੌਰਚਰ ਕਰਨ ਲਈ? ਦੇਖੋ ਸੈਟਲ ਦਾ ਮਤਲਬ ਤਾਂ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਘਰ ਦੇਤਾ ਰਹਿਣ ਲਈ, ਉਹ ਸੈਟਲ ਹੋ ਗਿਆ।
ਟੌਰਚਰ ਦਾ ਮਤਲਬ ਹੈ ਕਿ ਜਦੋਂ ਉਸ ਨੂੰ ਫਿਜ਼ੀਕਲੀ ਟੌਰਚਰ ਕੀਤਾ ਜਾਂਦਾ ਹੈ, ਸਰੀਰਕ ਤਸੀਹੇ ਦਿੱਤੇ ਜਾਂਦੇ ਨੇ, ਤਾਂ ਆਨਸਰ ਕੀ ਹੈ ਜੀ? ਟੌਰਚਰ। ਇਹ ਜੇਲ੍ਹ ਹੀ ਬੱਚਿਓ ਜਿਹੜੇ ਕ੍ਰਾਂਤੀਕਾਰੀ ਸੀਗੇ ਜਾਂ ਹਾਰਡਨਡ ਕ੍ਰਿਮੀਨਲ ਸੀਗੇ ਉਹਨਾਂ ਨੂੰ ਟੌਰਚਰ ਕਰਨ ਦੇ ਲਈ ਬਣਾਈ ਗਈ ਸੀ। 13ਵਾਂ ਹੈ ਜੀ, ਦਾ ਹਾਈਲੀ ਐਜੂਕੇਟਿਡ ਉਲਾਸਕਰ ਦੱਤ ਵਾਜ਼ ਡਰਿਵਨ ਟੂ ਡੈਸ਼। ਹੁਣ ਦੇਖੋ ਇੱਕ ਹੋਰ ਕ੍ਰਾਂਤੀਕਾਰੀ ਦਾ ਜ਼ਿਕਰ ਆਇਆ ਹੈ, ਉਹ ਹੈ ਉਲਾਸਕਰ ਦੱਤ। ਇਹ 7ਵਾਂ 8ਵਾਂ ਕ੍ਰਾਂਤੀਕਾਰੀ ਹੈ, ਠੀਕ ਹੈ, ਜਿਸ ਦੇ ਨਾਲ ਨਾਲ ਤੁਸੀਂ ਯਾਦ ਰੱਖਣਾ ਹੈ ਕਿ ਇਹਨੇ ਕੀ ਕੀਤਾ ਸੀ। ਉਲਾਸਕਰ ਦੱਤ ਵੀ ਬੱਚਿਓ ਬਹੁਤ ਪੜ੍ਹਿਆ ਲਿਖਿਆ ਇਨਸਾਨ ਸੀਗਾ, ਹਾਈਲੀ ਐਜੂਕੇਟਿਡ ਸੀਗਾ, ਲੇਕਿਨ ਤੁਹਾਨੂੰ ਯਾਦ ਹੈ ਕਿ ਉਹ ਪਾਗਲ ਹੋ ਗਿਆ ਸੀ। ਉਸ ਨੂੰ ਇੰਨਾ ਕੁੱਟਿਆ ਮਾਰਿਆ ਗਿਆ ਸੀ ਕਿ ਉਹ ਇਨਸੇਨ ਹੋ ਗਿਆ ਸੀ। ਉਸਨੇ ਭੁੱਖ ਹੜਤਾਲ ਵੀ ਕੀਤੀ ਸੀ। ਤਾਂ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਇਨਸੈਨਿਟੀ। ਇਨਸੈਨਿਟੀ ਦਾ ਮਤਲਬ ਹੁੰਦਾ ਹੈ ਬੱਚਿਓ ਜਦੋਂ ਬੰਦਾ ਪਾਗਲ ਹੋ ਜਾਂਦਾ ਹੈ, ਠੀਕ ਹੈ। ਓਬਸਕਿਉਰਿਟੀ ਦਾ ਮਤਲਬ ਹੁੰਦਾ ਜਦੋਂ ਉਸ ਦੇ ਬਾਰੇ ਪਤਾ ਹੀ ਨਹੀਂ ਰਹਿੰਦਾ ਕਿ ਕਿੱਥੇ ਗਿਆ ਉਹ, ਤਾਂ ਉਸ ਨੂੰ ਇਹ ਨਹੀਂ ਪਤਾ ਰਹਿੰਦਾ ਮੈਂ ਕਿੱਥੇ ਹਾਂ। ਤਾਂ ਇੱਥੇ ਆਨਸਰ ਆਏਗਾ ਇਨਸੈਨਿਟੀ। ਇੱਕ ਹੋਰ ਕ੍ਰਾਂਤੀਕਾਰੀ ਦਾ ਜ਼ਿਕਰ ਹੈ ਜੀ, ਪਰਮਾਨੰਦ ਝਾਂਸੀ। ਪਰਮਾਨੰਦ ਝਾਂਸੀ ਵਾਜ਼ ਡੈਸ਼ ਬਾय ਦਾ ਜੇਲਰ। ਕਿ ਪਰਮਾਨੰਦ ਝਾਂਸੀ ਨੂੰ ਕੀ ਕੀਤਾ ਗਿਆ? ਦੇਖੋ ਵੈਲਕਮ ਦਾ ਮਤਲਬ ਹੀ ਨਹੀਂ ਹੈ ਕਿ ਉਸ ਦਾ ਸਵਾਗਤ ਕੀਤਾ ਜਾਊਗਾ, ਤਾਂ ਉਸ ਨੂੰ ਥ੍ਰੈਟਨ ਕੀਤਾ ਗਿਆ ਸੀਗਾ। ਥ੍ਰੈਟਨ ਦਾ ਮਤਲਬ ਧਮਕੀ ਦਿੱਤੀ ਗਈ ਸੀ। ਤਾਂ ਦੇਖੋ ਪਰਮਾਨੰਦ ਝਾਂਸੀ ਨੂੰ ਜਸਟ ਧਮਕੀ ਦਿੱਤੀ ਗਈ ਹੈ, ਤਾਂ ਯਾਦ ਰੱਖਣਾ। ਵੀਡੀ ਸਾਵਰਕਰਸ ਬੁੱਕ ਬਿਕੇਮ ਅ ਡੈਸ਼ ਫॉर ਦਾ ਰੈਵੋਲੂਸ਼ਨਰੀ। ਤਾਂ ਵੀਡੀ ਸਾਵਰਕਰ ਹੈ ਜਿਹੜੇ, ਉਹਨਾਂ ਨੇ ਇੱਕ ਬੁੱਕ ਲਿਖੀ ਸੀ ਬੇਟਾ, ਤਾਂ ਉਹ ਜਿਹੜੀ ਬੁੱਕ ਸੀ ਉਹ ਕੀ ਬਣ ਗਈ ਸੀ? ਕ੍ਰਾਂਤੀਕਾਰੀ ਲਈ। ਤਾਂ ਕ੍ਰਾਂਤੀਕਾਰੀਆਂ ਲਈ ਉਹ ਸਿਰਫ ਬੁੱਕ ਹੀ ਨਹੀਂ ਸੀ, ਸਗੋਂ ਇੱਕ ਬਾਈਬਲ ਦਾ ਕੰਮ ਕਰਦੀ ਸੀ। ਤਾਂ ਅਸੀਂ ਉੱਥੇ ਬਾਈਬਲ ਲਿਖਣਾ ਹੈ। ਜੇਲਰ ਡੇਵਿਡ ਬੈਰੀ ਵਾਜ਼ ਅ ਗੁੱਡ ਨੇਚਰਡ ਮੈਨ। ਹੁਣ ਟਰੂ ਫਾਲਸ ਆ ਗਏ ਜੀ। ਜੇਲਰ ਡੇਵਿਡ ਬੈਰੀ ਇੱਕ ਚੰਗਾ ਇਨਸਾਨ ਸੀ, ਚੰਗੇ ਸੁਭਾਅ ਦਾ ਇਨਸਾਨ ਸੀ। ਬਿਲਕੁਲ ਗਲਤ ਹੈ, ਫਾਲਸ ਹੈ ਜੀ। ਚੰਗੇ ਸੁਭਾਅ ਦਾ ਤਾਂ ਇਨਸਾਨ ਹੈ ਹੀ ਨਹੀਂ ਸੀ। ਉਹ ਤਾਂ ਧਮਕਾਉਂਦਾ ਸੀਗਾ ਤੇ ਬੜੀ ਵੱਡੇ ਵੱਡੇ ਡਾਇਲੋਗ ਮਾਰਦਾ ਸੀ ਵੀ ਰੱਬ ਤੋਂ ਤਾਂ ਬਚੋਗੇ, ਮੇਰੇ ਤੋਂ ਨਹੀਂ ਬਚੋਗੇ। ਤਾਂ ਇਹੋ ਜਿਹਾ ਕੰਮ ਕਰਦਾ ਸੀਗਾ ਉਹ। ਇਸ ਕਰਕੇ ਫਾਲਸ ਲਿਖਾਂਗੇ। ਦਾ ਗਦਰੀ ਬਾਬਾਜ਼ ਵਰ ਟ੍ਰਾਈਡ ਇਨ ਅਲੀਪੁਰ ਕਨਸਪੀਰੇਸੀ ਕੇਸ। ਇਹ ਦੇਖੋ 17ਵਾਂ ਕੁਐਸਚਨ ਸਮਝਣ ਵਾਲਾ ਹੈ ਕਿ ਜਿਹੜੇ ਗਦਰੀ ਬਾਬਾ ਸੀਗੇ, ਇਹਨਾਂ ਨੂੰ ਅਲੀਪੁਰ ਕਨਸਪੀਰੇਸੀ ਕੇਸ ਦੇ ਵਿੱਚ ਇਹਨਾਂ ਤੇ ਮੁਕੱਦਮਾ ਚੱਲਿਆ ਸੀ। ਤਾਂ ਇਹ ਗਲਤ ਹੈ ਬੇਟਾ, ਨਹੀਂ ਚੱਲਿਆ ਸੀ। ਗਦਰੀ ਬਾਬੇ ਉੱਥੋਂ ਨਹੀਂ ਸੀ ਆਏ, ਠੀਕ ਹੈ ਜੀ। ਤਾਂ ਅਸੀਂ ਲਿਖਾਂਗੇ ਫਾਲਸ। ਇੱਕ ਹੋਰ ਕੇਸ ਹੋਇਆ ਸੀਗਾ ਜੀ, ਉਹ ਸੀਗਾ ਮੈਂਡਲੇ ਕਨਸਪੀਰੇਸੀ। ਇਹਨੂੰ ਬਰਮਾ ਕਨਸਪੀਰੇਸੀ ਕੇਸ ਵੀ ਕਹਿੰਦੇ ਆ। ਬਿਲਕੁਲ ਸਹੀ ਹੈ। ਮੈਂਡਲੇ ਕਨਸਪੀਰੇਸੀ ਆ ਜੇ ਚਾਹੇ ਬਰਮਾ ਕਨਸਪੀਰੇਸੀ ਆ ਜੇ, वन एंड द सेम थिंग। ਇਹ ਟਰੂ ਹੈ, ਸਹੀ ਹੈ ਜੀ। द कालापानी जेल वाज कंसिस्टेड ऑफ 690 सेल। 690 छोटे छोटे कमरे सीगे कालापानी जेल च। 690 बहुत छोटे छोटे कमरे। तो बिल्कुल सही है जी, 690 कमरे ही सी। कमरे नहीं सी बेटा, वो सैल सीगे। कमरे ਦਾ ਤਾਂ ਚੌਥਾ ਪੰਜਵਾਂ ਭਾਗ ਹੈ, ਐਡਾ ਛੋਟਾ ਰੂਮ ਹੁੰਦਾ ਸੀਗਾ ਉਹਨਾਂ ਦਾ, ਜਿੱਥੇ ਉਹ ਲੋਨਲੀ ਰਹਿੰਦੇ ਸੀ। ਇਸ ਨੋਟ ਦਾ ਸਾਡਾ ਲਾਸਟ ਕੁਐਸਚਨ ਹੈ ਜੀ ਕਿ ਗਦਰ ਪਾਰਟੀ ਵਾਜ਼ ਆਰਗੇਨਾਈਜ਼ਡ ਟੂ ਲਾਂਚ ਐਨ ਆਰਮਡ ਸਟਰਗਲ ਫॉर ਦਾ ਫਰੀडम ਆਫ ਬਰਮਾ। ਬਰਮਾ ਇੱਕ ਦੇਸ਼ ਹੈ ਬੇਟਾ, ਕਹਿੰਦੇ ਬਰਮਾ ਦੇਸ਼ ਦੇ ਫਰੀडम ਦੇ ਲਈ ਗਦਰ ਪਾਰਟੀ ਨੂੰ ਇੱਕ ਵਿਦਰੋਹ ਦੇ ਤੌਰ ਤੇ ਆਰਮਡ ਸਟਰਗਲ, ਜਿਨ੍ਹਾਂ ਨੇ ਹਥਿਆਰ ਚੱਕਿਆ ਹੋਇਆ ਸੀ, ਤਾਂ ਇਸ ਕਰਕੇ ਆਰਗੇਨਾਈਜ਼ ਸੰਗਠਿਤ ਕੀਤਾ ਗਿਆ ਬਰਮਾ ਨੂੰ ਆਜ਼ਾਦ ਕਰਾਉਣ ਲਈ। ਨੋ, ਬਰਮਾ ਦੇ ਫਰੀडम ਦੇ ਲਈ ਨਹੀਂ ਕੀਤਾ ਗਿਆ ਸੀ ਗਦਰ ਪਾਰਟੀ ਨੂੰ, ਇੰਡੀਆ ਲਈ ਕੀਤਾ ਗਿਆ ਸੀ। ਇਸ ਕਰਕੇ ਕੀ ਹੋ ਗਿਆ ਜੀ? ਫਾਲਸ। ਇਹ ਸੀਗੇ ਜੀ ਸਾਡੇ ਪਹਿਲੇ ਨੋਟਸ ਦੇ ਕੁਝ ਕੁਐਸਚਨ ਆਨਸਰਸ। ਇੱਕ ਹੋਰ ਸਾਡੇ ਕੋਲੇ ਨੋਟਸ ਨੇ, ਅਸੀਂ ਉਹਦੇ ਵੀ ਦੇਖ ਲੈਂਦੇ ਹਾਂ। ਤਾਂ ਇਹ ਹੈ ਜੀ ਕਿ ਹੂ ਇਜ਼ ਦੀ ਆਥਰ ਆਫ ਦਾ ਚੈਪਟਰ ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ? ਡਾਕਟਰ ਹਰੀਸ਼ ਕੇ ਪੁਰੀ। ਤਾਂ ਐਕਸਪਲੇਨੇਸ਼ਨ ਦੇ ਵਿੱਚ ਬੱਚਿਓ ਜਿਹੜਾ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਉਹਦੇ ਵਿੱਚ ਮੈਂ ਹਰੀਸ਼ ਕੇ ਪੁਰੀ ਜੀ ਦੀ ਪਿਕ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ। ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਬੁੱਕਸ ਲਿਖੀਆਂ, ਮੈਂ ਉਹਨਾਂ ਦੇ ਬਾਰੇ ਵੀ ਦੱਸਿਆ ਸੀ। ਤੇ ਗਦਰੀ ਬਾਬਾਜ਼ ਇਨ ਕਾਲਾਪਾਨੀ ਜੇਲ ਕਿਸ ਨੇ ਲਿਖਿਆ ਜੀ? ਡਾਕਟਰ ਹਰੀਸ਼ ਕੇ ਪੁਰੀ। ਹੂ ਆਰਗੇਨਾਈਜ਼ ਦਾ ਗਦਰ ਪਾਰਟੀ? ਇੰਪੋਰਟੈਂਟ ਕੁਐਸਚਨ ਹੈ ਜੀ ਕਿ ਕਿਸ ਨੇ ਗਦਰ ਪਾਰਟੀ ਦਾ ਸੰਗਠਨ ਕੀਤਾ, ਸੰਗਠਿਤ ਕਿਸ ਨੇ ਕੀਤੀ? ਤਾਂ ਬੇਟਾ ਦੋ ਤਰ੍ਹਾਂ ਦੇ ਸੀਗੇ ਇਨਸਾਨ ਜਿਨ੍ਹਾਂ ਨੇ ਗਦਰ ਪਾਰਟੀ ਨੂੰ ਬਣਾਇਆ ਸੀਗਾ। ਇੱਕ ਤਾਂ ਸੀਗਾ ਇੰਡੀਅਨ ਇਮੀਗ੍ਰੈਂਟਸ। ਤਾਂ ਇਮੀਗ੍ਰੈਂਟਸ ਦਾ ਮਤਲਬ ਮੈਂ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਬੱਚੇ ਉਹ ਸਮਝਾਇਆ ਸੀਗਾ ਐਕਸਪਲੇਨੇਸ਼ਨ ਵਾਲੇ ਵੀਡੀਓ 'ਚ। ਉਹਦੇ ਵਿੱਚ ਇਮੀਗ੍ਰੈਂਟ ਤੇ ਐਮੀਗ੍ਰੈਂਟ ਦੋਨਾਂ ਦਾ ਮਤਲਬ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਸੀ। ਤਾਂ ਜਿਹੜੇ ਭਾਰਤ ਛੱਡ ਕੇ ਬਾਹਰ ਰਹਿਣ ਲੱਗ ਜਾਂਦੇ ਆ ਜੀ, ਜਿਸ ਨੂੰ ਇੰਡੀਅਨ ਇਮੀਗ੍ਰੈਂਟਸ ਕਹਿੰਦੇ ਆ। ਅਤੇ ਜਿਹੜੇ ਰੈਵੋਲੂਸ਼ਨਰੀ ਐਗਜ਼ਾਈਲ, ਜਿਹੜੇ ਕ੍ਰਾਂਤੀਕਾਰੀ ਛੁਪ ਕੇ ਰਹਿੰਦੇ ਆ, ਕਿਉਂਕਿ ਉਹ ਜੇ ਇੰਡੀਆ ਚਾਹੁੰਦੇ ਆ ਤਾਂ ਉਹਨਾਂ ਨੂੰ ਬੰਦੀ ਬਣਾਇਆ ਜਾ ਸਕਦਾ ਹੈ ਅੰਗਰੇਜ਼ ਸਰਕਾਰ ਵੱਲੋਂ। ਤਾਂ ਇਹਨਾਂ ਦੋਨਾਂ ਤਰ੍ਹਾਂ ਦੇ ਪਰਸਨਸ ਨੇ, ਇਹ ਕਿੱਥੇ ਰਹਿ ਰਹੇ ਸੀ? ਜਾਂ ਤਾਂ ਯੂਐਸਏ 'ਚ ਰਹਿ ਰਹੇ ਸੀ ਜਾਂ ਕੈਨੇਡਾ 'ਚ ਰਹਿ ਰਹੇ ਸੀਗੇ। ਤੇ ਇਹਨਾਂ ਨੇ ਗਦਰ ਪਾਰਟੀ ਦਾ ਆਰਗੇਨਾਈਜ਼ ਕੀਤਾ ਸੀਗਾ। ਤਾਂ ਤੁਸੀਂ ਇਹ ਵਾਲੀ ਲਾਈਨ ਬੇਟਾ ਯਾਦ ਕਰਕੇ ਇੱਕ ਵਾਰੀ ਲਿਖ ਲੈਣੀ ਹੈ। ਇੱਕ ਤਾਂ ਇੰਡੀਅਨ ਇਮੀਗ੍ਰੈਂਟਸ, ਦੂਸਰੇ ਸੀ ਰੈਵੋਲੂਸ਼ਨਰੀ ਐਗਜ਼ਾਈਲਸ। ਕਿੱਥੇ ਰਹਿੰਦੇ ਸੀਗੇ? ਇਨ ਯੂਐਸਏ ਐਂਡ ਕੈਨੇਡਾ। थर्ड क्वेश्चन देखो, डिड तो स्टार्ट होता है कि डिड द स्टिपुलेटेड रेबेलियन इन फैब्रुअरी 1915 सक्सीड। ਜਦੋਂ ਵੀ ਬੇਟਾ ਕੋਈ ਕੁਐਸਚਨ
देखो हेल्पिंग वर्ब ਨਾਲ ਸ਼ੁਰੂ ਹੁੰਦਾ। देखो did ਕੀ ਹੈ, it is a helping verb, do, does, did, has, have, ਹੈ ਨਾ, ਇਹ ਸਾਰੀਆਂ ਹੈਲਪਿੰਗ ਵਰਬਸ ਹੁੰਦੀਆਂ ਨੇ। ਇਹਨਾਂ ਦਾ ਆਨਸਰ ਹਮੇਸ਼ਾ yes or no ਚ ਹੁੰਦਾ ਹੈ। 99% ਕੇਸ ਦੇ ਵਿੱਚ yes or no ਹੁੰਦਾ ਹੈ। ਤਾਂ ਇੱਥੇ ਪੁੱਛਿਆ ਗਿਆ ਹੈ ਕਿ ਕੀ ਜਿਹੜਾ ਰੈਬਲੀਅਨ ਹੋਇਆ ਸੀ, ਵਿਦਰੋਹ ਹੋਇਆ ਸੀ ਗਦਰੀ ਬਾਬਿਆਂ ਦਾ, ਜਿਹੜਾ ਕਿ 1915 ਦੀ ਫਰਵਰੀ ਚ ਹੋਣਾ ਸੀ, ਕੀ ਉਹ ਸਫਲ ਹੋਇਆ? ਨਹੀਂ ਹੋਇਆ, ਕਿਉਂਕਿ ਵਿੱਚੋਂ ਹੀ ਕੁਝ ਜਿਹੜੇ ਸੀਗੇ ਉਹ ਮੁਖਬਰੀ ਕਰ ਗਏ ਸੀ, ਤਾਂ ਸਾਰੇ ਫੇਰ ਕ੍ਰਾਂਤੀਕਾਰੀਆਂ ਨੂੰ ਫੜ ਲਿਆ ਗਿਆ ਸੀ। ਤੇ ਸਾਨੂੰ ਪਤਾ ਫਿਰ ਉਹਨੂੰ ਫੜ ਕੇ ਅੰਡੇ ਮਾਰਵਾਰੀ ਜਿਹੜੀ ਦੀਪ ਸਮੂਹ ਵਾਲੀ ਜਿਹੜੀ ਪੋਰਟ ਬਲੇਅਰ ਚ, ਜਿਹਨੂੰ ਆਪਾਂ ਕਾਲਾ ਪਾਣੀ ਜੇਲ੍ਹ ਕਹਿੰਦੇ, ਉੱਥੇ ਲੈ ਕੇ ਆਇਆ ਗਿਆ ਸੀ। ਇਸ ਕਰਕੇ ਇਹ ਸੰਘਰਸ਼ ਸਫਲ ਨਹੀਂ ਸੀ ਹੋਇਆ, ਅਸੀਂ ਕਹਾਂਗੇ ਨੋ। ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਚੌਥਾ ਇੰਪੋਰਟੈਂਟ ਕੁਐਸਚਨ ਹੈ ਜੀ, ਦਾ ਸੈਲੂਲਰ ਜੇਲ ਵਾਜ਼ ਰਾਈਟਲੀ ਡਿਸਕ੍ਰਾਈਬਡ ਐਜ਼ ਦਾ ਡੈਸ਼ ਆਈਲੈਂਡ, ਕਿ ਜਿਹੜੀ ਸੈਲੂਲਰ ਜੇਲ ਹੈ, ਕਾਲਾ ਪਾਣੀ ਜੇਲ ਹੈ, ਇਸ ਨੂੰ ਡੈਸ਼ ਆਈਲੈਂਡ ਵੀ ਕਿਹਾ ਜਾਂਦਾ ਸੀ, ਡੈਵਿਲਸ ਆਈਲੈਂਡ। ਤਾਂ ਡੈਵਿਲ ਦਾ ਮਤਲਬ ਕੀ ਹੁੰਦਾ ਜੀ? ਸ਼ੈਤਾਨ। ਆਈਲੈਂਡ ਦਾ ਮਤਲਬ ਟਾਪੂ, ਸ਼ੈਤਾਨਾਂ ਦਾ ਟਾਪੂ। ਇਸ ਜੇਲ ਨੂੰ ਸ਼ੈਤਾਨਾਂ ਦਾ ਟਾਪੂ ਕਿਹਾ ਜਾਂਦਾ ਸੀ, ਤਾਂ ਧਿਆਨ ਰੱਖਣਾ। ਤਾਂ ਪੰਜਵਾਂ ਕੁਐਸਚਨ ਦਾ ਬੇਟਾ ਆਪਾਂ ਸ਼ਾਰਟ ਆਨਸਰ ਟਾਈਪ ਚ ਵੀ ਕੀਤਾ ਹੋਇਆ ਹੈ ਕਿ ਦੀ ਅਦਰ ਨੇਮਸ ਆਫ ਸੈਲੂਲਰ ਜੇਲ ਵਾਜ਼ ਕਾਲਾ ਪਾਣੀ। ਤਿੰਨ ਤਰ੍ਹਾਂ ਦੇ ਨਾਮ ਹੈ ਜੀ ਇਸ ਦੇ। ਇੱਕ ਤਾਂ ਸੈਲੂਲਰ ਜੇਲ ਵੀ ਕਿਹਾ ਜਾਂਦਾ ਹੈ, ਇਸ ਨੂੰ ਕਾਲਾ ਪਾਣੀ ਜੇਲ ਵੀ ਕਿਹਾ ਜਾਂਦਾ ਹੈ, ਤੇ ਇਸ ਨੂੰ ਡੈਵਿਲਸ ਆਈਲੈਂਡ ਵੀ ਕਿਹਾ ਜਾਂਦਾ ਹੈ। ਯਾਦ ਕਰੋ, ਇਹ ਕੁਐਸਚਨ ਮੈਂ ਤੁਹਾਨੂੰ ਪ੍ਰੀ ਬੋਰਡ ਵਾਲੇ ਐਗਜ਼ਾਮ ਦੇ ਵਿੱਚ ਵੀ ਸ਼ਾਰਟ ਆਨਸਰ ਟਾਈਪ ਚ ਪਾਇਆ ਸੀ। ਕਈ ਬੱਚੇ ਦਾ ਆਨਸਰ ਸਹੀ ਦੇ ਕੇ ਆਏ। 6th ਕੁਐਸਚਨ ਹੈ ਜੀ ਕਿ ਹੂ ਵਰ ਦਾ ਚੀਫ ਗਵਰਨਿੰਗ ਆਫੀਸ਼ੀਅਲਸ ਇਨ ਦਾ ਸੈਲੂਲਰ ਜੇਲ। ਤਾਂ ਇਹ ਵੀ ਬੇਟਾ ਸ਼ਾਰਟ ਆਨਸਰ ਦੇ ਵਿੱਚ ਹੈ, ਮੈਂ ਤੁਹਾਨੂੰ ਕਰਵਾਇਆ ਹੋਇਆ ਕਿ ਸੈਲੂਲਰ ਜੇਲ ਦੇ ਜਿਹੜੇ ਮੁੱਖ ਅਧਿਕਾਰੀ ਸੀਗੇ, ਜੋ ਕਿ ਉਸ ਦੇ ਵਿੱਚ ਕੰਮ ਕਰਦੇ ਸੀਗੇ, ਅੰਗਰੇਜ਼ ਅਧਿਕਾਰੀ ਸੀ। ਆਫੀਸ਼ੀਅਲ ਦਾ ਮਤਲਬ ਅਧਿਕਾਰੀ। ਉਹ ਕਿਹੜੇ ਕਿਹੜੇ ਸੀ? ਤਾਂ ਤਿੰਨ ਸੀਗੇ ਜੀ। ਇੱਕ ਦਾ ਜੇਲਰ ਡੇਵਿਡ ਬੈਰੀ, ਦੂਸਰਾ ਸੁਪਰਟੈਂਡੈਂਟ ਮਰੇ, ਤੇ ਤੀਸਰਾ ਚੀਫ ਕਮਿਸ਼ਨਰ, ਜਿਸ ਦਾ ਕਿ ਨਾਮ ਨਹੀਂ ਆਇਆ ਪੂਰੇ ਚੈਪਟਰ ਚ। ਤਾਂ ਤੁਸੀਂ ਇਹ ਤਿੰਨ ਲਿਖਿਆ ਨੇ। ਸੇਮ ਸ਼ਾਰਟ ਆਨਸਰ ਟਾਈਪ ਵਾਲਾ ਇਹ ਆਨਸਰ ਹੈ। 7ਵਾਂ ਵੀ ਆਈ ਥਿੰਕ ਸ਼ਾਰਟ ਆਨਸਰ ਚ ਸੀਗਾ ਜੀ ਕਿ ਸਮॉलर ਗੋਡਸ ਕਿਸ ਨੂੰ ਕਿਹਾ ਜਾਂਦਾ ਸੀ? ਸਮॉलर ਛੋਟੇ ਦੇਵਤੇ। ਇੱਥੇ ਜੀ ਛੋਟੀ ਹੈ, ਦੇਖੋ ਸਮॉलर ਗੋਡਸ, ਤਾਂ ਇੱਥੇ ਗੋਡਸ ਦਾ ਮਤਲਬ ਦੇਵਤੇ। ਕਿ ਜਿਹੜੇ ਵਾਰਡਰ ਸੀਗੇ, ਜਿਹੜੇ ਕਿ ਉਹੀ ਰੈੱਡ ਟਰਬਨ ਬੰਦੇ ਸੀਗੇ, ਪੈਟੀ ਅਫਸਰਸ ਮਤਲਬ ਕਿ ਜਿਹੜੇ ਛੋਟੇ ਅਫਸਰ ਸੀਗੇ, ਅਤੇ ਜਮਾਦਾਰਸ। ਜਮਾਦਾਰ ਵੀ ਬੱਚਿਓ ਜਿਹੜੇ ਇੱਕ ਅੰਗਰੇਜ਼ ਸਰਕਾਰ ਨੇ ਨਾ ਪੁਲਿਸ ਦੇ ਵਿੱਚ ਆਪਣੀ ਇੱਕ ਛੋਟੀ ਜਿਹੀ ਪਦਵੀ ਰੱਖੀ ਹੋਈ ਸੀ, ਉਹਨੂੰ ਜਮਾਦਾਰ ਕਹਿੰਦੇ ਸੀਗੇ। ਤਾਂ ਇਹ ਤਿੰਨ ਤਰ੍ਹਾਂ ਦੇ ਜਿਹੜੇ ਲੋਕ ਸੀ, ਉਹਨਾਂ ਨੂੰ ਅਸੀਂ ਸਮॉलर ਗੋਡਸ ਕਹਿੰਦੇ ਹਾਂ। ਤਾਂ ਯਾਦ ਰੱਖਣਾ ਹੈ, ਵਾਰਡਰਸ, ਪੈਟੀ ਆਫਿਸਰਸ ਐਂਡ ਜਮਾਦਾਰਸ। ਇਹ ਲਾਈਨ ਲਿਖ ਕੇ ਦੇਖ ਲੈਣੀ, ਇੰਪੋਰਟੈਂਟ ਕੁਐਸਚਨ ਹੈ ਇਹ ਆ ਸਕਦਾ ਪੇਪਰ ਚ। ਤੇ ਫਿਰ ਪਰਸਨ ਦੇ ਬਾਰੇ ਦੱਸਿਆ ਹੋਇਆ ਜੀ, ਹੂ ਕਨਸਟੀਟਿਊਟਡ ਦਾ ਲਾਰਜੈਸਟ ਸਿੰਗਲ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ ਐਟ ਦਾ ਸੈਲੂਲਰ ਜੇਲ। ਕਿ ਸੈਲੂਲਰ ਦੇ ਜੇਲ ਦੇ ਵਿੱਚ ਜਿੰਨੇ ਵੀ ਕੈਦੀ ਆਏ, ਉਹਨਾਂ ਵਿੱਚੋਂ ਸਭ ਤੋਂ ਵੱਡਾ ਗਰੁੱਪ ਕਿਹਦਾ ਸੀਗਾ? ਤਾਂ ਗਦਰੀ ਬਾਬਿਆਂ ਦਾ ਹੀ ਸੀਗਾ ਜੀ। ਤਾਂ ਗਦਰੀ ਬਾਬਾ ਦਾ ਆਨਸਰ ਲਿਖ ਦਿਓ, ਬਸ। ਐਡੀ ਵੱਡੀ ਲਾਈਨ ਲਿਖਣ ਦੀ ਲੋੜ ਹੀ ਨਹੀਂ ਹੈ, ਉਹਨਾਂ ਨੇ ਸਿਰਫ ਹੂ ਪੁੱਛਿਆ। ਤਾਂ ਤੁਸੀਂ ਗਦਰੀ ਬਾਬਾਜ਼ ਲਿਖ ਦਿਓ ਜਾਂ ਦਾ ਗਦਰਾਈਟਸ ਲਿਖ ਲਓ, ਇੱਕੋ ਚੀਜ਼ ਹੈ। ਗਦਰਾਈਟਸ ਉਸ ਦਾ ਇੰਗਲਿਸ਼ ਟ੍ਰਾਂਸਲੇਸ਼ਨ ਹੈ, ਗਦਰੀ ਬਾਬਾ ਪੰਜਾਬੀ ਜਾਂ ਹਿੰਦੀ ਚ ਆਪਾਂ ਕਹਿ ਦਿੰਦੇ ਹਾਂ। ਤਾਂ ਗਦਰੀ ਬਾਬਾਜ਼ ਲਿਖਿਓ ਜੀ, ਆਨਸਰ ਸਾਡਾ ਪੂਰਾ ਕੰਪਲੀਟ ਹੋ ਜਾਂਦਾ ਹੈ। 9ਵਾਂ ਹੈ ਕਿ ਇਹ ਵੀ ਇੰਪੋਰਟੈਂਟ ਹੈ ਬੇਟਾ ਕਿ ਵੇਅਰ ਇਜ਼ ਦਾ ਸੈਲੂਲਰ ਜੇਲ ਲੋਕੇਟਿਡ, ਕਿ ਜਿਹੜੀ ਸੈਲੂਲਰ ਜੇਲ ਹੈ ਕਿੱਥੇ ਸਥਿਤ ਹੈ? ਤਾਂ ਤੁਹਾਨੂੰ ਦੱਸਿਆ ਬੱਚਿਓ ਕਿ ਜਿਹੜੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਹੈ ਸਾਡਾ, ਉਸ ਦੀ ਕੈਪੀਟਲ ਹੈ, ਰਾਜਧਾਨੀ ਹੈ ਪੋਰਟ ਬਲੇਅਰ। ਤਾਂ ਪੋਰਟ ਬਲੇਅਰ ਚ ਇਹ ਸਥਿਤ ਹੈ। ਤਾਂ ਸਿੰਪਲ ਤੁਸੀਂ ਬੇਟਾ ਪੋਰਟ ਬਲੇਅਰ ਲਿਖਿਆ ਹੋ, PORT, B ਵੱਡੀ, ਇਧਰੋਂ P ਵੱਡੀ, BLAIR। ਤਾਂ ਸਾਡੀ ਉੱਥੇ ਸਥਿਤ ਹੈ ਜੀ। ਤੇ ਇਹ ਜਿਹੜੀ ਜੇਲ੍ਹ ਸੀ, ਵੈਨ ਵਾਸ ਦਾ ਨਿਊਲੀ ਕੰਸਟਰਕਟਿਡ ਜੇਲਡ ਓਪਨ, ਇਹ ਸ਼ੁਰੂ ਕਦ ਹੋਈ ਹੈ? ਦੇਖੋ ਇਹ ਪਹਿਲਾਂ ਇਹ ਕੁਝ ਹੋਰ ਤਰ੍ਹਾਂ ਦੀ ਬਿਲਡਿੰਗ ਸੀਗੀ ਇੱਥੇ, ਹੋਰ ਤਰ੍ਹਾਂ ਦੇ ਮਤਲਬ ਕਿ ਕੈਦੀ ਵਗੈਰਾ ਪਹਿਲਾਂ ਬਹੁਤ ਦੇਰ ਪਹਿਲਾਂ ਰੱਖੇ ਜਾਂਦੇ ਸੀ। ਫਿਰ ਇਸ ਨੂੰ ਰੈਨੋਵੇਟ ਕੀਤਾ ਗਿਆ, ਇਸ ਨੂੰ ਨਵੇਂ ਤਰੀਕੇ ਨਾਲ ਬਣਾਇਆ ਗਿਆ ਅੰਗਰੇਜ਼ਾਂ ਦੁਆਰਾ। ਤਾਂ ਪੁੱਛਿਆ ਗਿਆ ਕਿ ਇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਕਦੋਂ ਓਪਨ ਕੀਤਾ ਗਿਆ? ਇੰਪੋਰਟੈਂਟ ਕੁਐਸਚਨ ਹੈ ਇਹ। 1906 ਈਸਵੀ ਦੇ ਵਿੱਚ ਬੱਚਿਓ ਸ਼ੁਰੂ ਹੋਈ ਹੈ। 1906 ਈਸਵੀ ਦੇ ਵਿੱਚ ਇੱਥੇ ਫਿਰ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀਗੇ ਉਹ ਲਿਆਣੇ ਸ਼ੁਰੂ ਕੀਤੇ ਗਏ। 11ਵਾਂ ਕੁਐਸਚਨ ਹੈ ਜੀ ਕਿ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਵਟ ਵਾਸ ਦਾ ਮਿਨੀਮਮ ਕੁਆਂਟੀਟੀ ਆਫ ਕੋਕੋਨਟ ਆਇਲ that the prisoners were supposed to extract। ਤੁਹਾਨੂੰ ਬੱਚਿਓ ਪਤਾ ਹੈ ਕਿ ਇਸ ਚੈਪਟਰ ਦੇ ਵਿੱਚ ਜਿਹੜੇ ਇੱਥੇ ਦੇ ਕੈਦੀ ਰੱਖੇ ਜਾਂਦੇ ਸੀ, ਉਹਨਾਂ ਤੋਂ ਕੋਲੂ ਦੇ ਬੈਲ ਦੀ ਤਰ੍ਹਾਂ ਕੰਮ ਲਿਆ ਜਾਂਦਾ ਸੀ। ਜਿਹੜਾ ਕੰਮ ਬਲਦ ਕਰਦੇ ਸੀ ਸਾਡੇ ਪਿੰਡਾਂ ਦੇ ਵਿੱਚ, ਉਹ ਬਲਦਾਂ ਦੀ ਥਾਂ ਤੇ ਇਹਨਾਂ ਰਾਜਨੀਤਿਕ ਅਪਰਾਧੀਆਂ ਨੂੰ, ਗਦਰੀ ਬਾਬਿਆਂ ਨੂੰ ਲਾ ਕੇ ਤੇ ਉਹ ਜਿਹੜਾ ਤੇਲ ਕੱਢਿਆ ਜਾਂਦਾ ਸੀ। ਤੇ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਇਹਨਾਂ ਪ੍ਰਿਜ਼ਨਰਸ ਤੋਂ ਕਿੰਨਾ ਸਾਰਾ ਕੋਕੋਨਟ ਆਇਲ, ਨਾਰੀਅਲ ਦਾ ਤੇਲ ਉਹਨਾਂ ਨੇ ਘੱਟੋ ਘੱਟ ਕੱਢਣਾ ਹੁੰਦਾ ਸੀਗਾ, ਉਹ ਕੋਲੂ ਦੇ ਬੈਲ ਵਾਂਗੂ ਕੰਮ ਕਰਕੇ। ਤਾਂ ਬੇਟਾ ਸਿੰਪਲ ਆਨਸਰ 30 ਪਾਉਂਡਸ। ਹੁਣ ਇੱਥੇ 30 ਕਿਲੋ ਨਾ ਲਿਖਿਆ ਹੀ,
ਇੱਕ ਪਾਸੇ ਜੇ 30 ਪਾਉਂਡਸ ਪਿਆ ਹੋਵੇ, ਦੂਜੇ ਪਾਸੇ 30 ਕਿਲੋ ਪਿਆ ਹੋਵੇ, ਤਾਂ ਕਿਲੋ ਵਾਲਾ ਆਨਸਰ ਗਲਤ ਹੈ। ਕਿਲੋ ਤੇ ਪਾਉਂਡ 'ਚ ਬੇਟਾ ਫਰਕ ਹੁੰਦਾ ਹੈ। ਤਾਂ 30 ਪਾਉਂਡਸ ਲਿਖਿਆ ਨਾ, ਕਿਉਂਕਿ ਚੈਪਟਰ ਦੇ ਵਿੱਚ 30 ਪਾਉਂਡਸ ਹੈ। What was the name of the jailer of cellular jail? Important question ਹੈ। ਡੇਵਿਡ ਬੈਰੀ ਸਾਨੂੰ ਪਤਾ ਹੈ, ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਸਾਨੂੰ ਪਤਾ ਹੈ ਕਿ ਸੈਲੂਲਰ ਜੇਲ ਦਾ ਜੇਲਰ ਸੀਗਾ ਜੀ ਡੇਵਿਡ ਬੈਰੀ, ਜਿਹੜਾ ਆਪਣੇ ਆਪ ਨੂੰ ਪਰਮਾਤਮਾ ਤੋਂ ਘੱਟ ਨਹੀਂ ਸੀ ਮੰਨਦਾ। 13ਵਾਂ ਹੈ ਕਿ what was the name of the superintendent? ਸੁਪਰਡੈਂਟ ਦਾ ਨਾਮ ਸੀ ਜੀ ਮਰੇ। ਠੀਕ ਹੈ ਜੀ, ਮਰੇ ਉਸ ਦਾ ਨਾਮ ਸੀਗਾ। ਚੀਫ ਕਮਿਸ਼ਨਰ ਦਾ ਨਾਮ ਨਹੀਂ ਆਇਆ। What were the jailer, the superintendent and the chief commissioner referred to as? ਇੰਪੋਰਟੈਂਟ ਕੁਐਸਚਨ ਹੈ ਕਿ ਇਹਨਾਂ ਤਿੰਨਾਂ ਜਣਿਆਂ ਨੂੰ ਕੀ ਕਿਹਾ ਗਿਆ ਚੈਪਟਰ ਦੇ ਵਿੱਚ? ਜੇਲਰ ਨੂੰ, ਸੁਪਰਡੈਂਟ ਨੂੰ ਤੇ ਚੀਫ ਕਮਿਸ਼ਨਰ ਨੂੰ। ਰੈਫਰ ਦਾ ਮਤਲਬ ਕਿਹਾ ਜਾਣਾ। ਤਾਂ ਤੁਹਾਨੂੰ ਪਤਾ ਬੱਚਿਓ, ਇਹਨਾਂ ਨੂੰ ਬੁਚਰਸ ਕਿਹਾ ਗਿਆ, ਕਸਾਈ ਕਿਹਾ ਗਿਆ ਅਤੇ ਪ੍ਰੋਜਨੀ ਆਫ ਦਾ ਸੈਟਨ, ਸ਼ੈਤਾਨ ਦੀ ਔਲਾਦ ਕਿਹਾ ਗਿਆ। ਪ੍ਰੋਜਨੀ ਦਾ ਮਤਲਬ ਹੁੰਦਾ ਬੇਟਾ ਔਲਾਦ, ਸੈਟਨ ਦਾ ਮਤਲਬ ਸ਼ੈਤਾਨ, ਸ਼ੈਤਾਨ ਦੀ ਔਲਾਦ ਕਿਹਾ ਗਿਆ ਜਾਂ ਬੁਚਰਸ ਕਿਹਾ ਗਿਆ। ਤਾਂ ਤੁਸੀਂ ਇਹ ਦੋਨੇ ਵਰਡਸ ਯਾਦ ਕਰ ਲੈਣੇ ਹੈ, ਇਹਨਾਂ ਨੂੰ ਇੱਕ ਵਾਰੀ ਪਾ ਕੇ ਦੇਖ ਲੈਣਾ, ਸਾਡਾ 1 ਨੰਬਰ ਆ ਜਾਣਾ। ਬਰੀਨ ਘੋਸ਼ ਵਾਸ ਅਰਵਿੰਦੋ ਘੋਸ਼ ਬ੍ਰਦਰ। ਦੋਨਾਂ ਦਾ ਜ਼ਿਕਰ ਆਇਆ ਬੇਟਾ ਇਸ ਚੈਪਟਰ 'ਚ। ਇਹ ਵੀ ਦੋਨੇ ਕ੍ਰਾਂਤੀਕਾਰੀ ਨੇ ਸਾਡੇ ਇੰਡੀਆ ਦੇ, ਬਰੀਨ ਘੋਸ਼, ਅਰਵਿੰਦੋ ਘੋਸ਼। ਇਹਨਾਂ ਨੇ ਇਹ ਪੁੱਛਿਆ ਕਿ ਟਰੂ ਫਾਲਸ ਹੈ ਇਹ, ਕਿ ਜਿਹੜਾ ਬਰੀਨ ਘੋਸ਼ ਹੈ ਉਹ ਅਰਵਿੰਦੋ ਘੋਸ਼ ਦਾ ਬ੍ਰਦਰ ਹੈ। ਬਿਲਕੁਲ ਸਹੀ ਹੈ ਜੀ, ਟਰੂ ਹੈ ਇਹ। ਦੋਨੇ ਭਰਾ ਸੀਗੇ ਜੀ, ਬਰੀਨ ਘੋਸ਼, ਅਰਵਿੰਦੋ ਘੋਸ਼। 16ਵਾਂ ਹੈ ਕਿ ਹੂ ਵੈਂਟ ਔਨ ਅ ਹੰਗਰ ਸਟ੍ਰਾਈਕ ਫॉर 72 ਡੇਜ਼। ਦੇਖੋ ਇੱਕ ਹੋਰ ਕ੍ਰਾਂਤੀਕਾਰੀ ਦਾ ਜ਼ਿਕਰ ਆਇਆ ਜਿਹੜਾ ਕਿ 72 ਦਿਨਾਂ ਤੇ ਭੁੱਖ ਹੜਤਾਲ ਤੇ ਰਿਹਾ, ਹੰਗਰ ਸਟ੍ਰਾਈਕ ਰਿਹਾ। ਕੌਣ ਹੈ ਜੀ? ਨਾਨੀ ਗੋਪਾਲ। ਨਾਨੀ ਗੋਪਾਲ ਹੈ ਇਹ। ਆਈ ਥਿੰਕ 8ਵਾਂ 9ਵਾਂ ਬੇਟਾ, ਆਈ ਥਿੰਕ 10 ਗਦਰੀ ਬਾਬੇ ਹੈ ਜਾਂ ਕ੍ਰਾਂਤੀਕਾਰੀ ਹੈ ਜਿਨ੍ਹਾਂ ਦਾ ਜ਼ਿਕਰ ਆਇਆ ਤੇ ਜਿਨ੍ਹਾਂ ਨੇ ਕੋਈ ਨਾ ਕੋਈ ਕੰਮ ਕੀਤਾ, ਤੇ ਸਾਨੂੰ ਯਾਦ ਰੱਖਣਾ ਪੈਣਾ। ਇੱਕ ਅੱਧਾ ਕੁਐਸਚਨ ਉਹਨਾਂ ਚੋਂ ਜ਼ਰੂਰ ਆਊਗਾ ਪੇਪਰ 'ਚ। ਅਸੀਂ ਆਲਰੇਡੀ 17ਵਾਂ ਕੁਐਸਚਨ ਕਰ ਚੁੱਕੇ ਕਿ ਸੁਪਰਡੈਂਟ ਮਰੇ ਦੇ ਥੱਪੜ ਕਿਹਨੇ ਮਾਰਿਆ ਸੀ ਜੀ? ਬੜਾ ਜ਼ੋਰਦਾਰ ਤਮਾਚਾ ਮਾਰਿਆ ਸੀਗਾ, ਤੇ ਉਹ ਸੀਗਾ ਜੀ ਛਤਰ ਸਿੰਘ, ਤੇ ਉਸ ਨੂੰ ਫਿਰ ਪਿੰਜਰੇ 'ਚ ਬੰਦ ਕਰਤਾ ਸੀ, ਪੁਟੀਨਾ ਕੇਜ। ਛਤਰ ਸਿੰਘ ਨੇ ਜਦੋਂ ਥੱਪੜ ਮਾਰਿਆ ਤਾਂ ਪਹਿਲਾਂ ਤਾਂ ਛਤਰ ਸਿੰਘ ਨੂੰ ਕੁੱਟਮਾਰ ਕੀਤੀ ਗਈ, ਫਿਰ ਉਸ ਨੂੰ ਪਿੰਜਰੇ 'ਚ ਬੰਦ ਕਰ ਦਿੱਤਾ ਗਿਆ ਸੀ। 18ਵਾਂ ਹੈ ਕਿ ਹਾਊ ਮੈਨੀ ਗਦਰਾਈਟ ਲੋਸਟ ਦੇਅਰ, ਪਹਿਲਾਂ ਕਰ ਚੁੱਕੇ, ਕਿੰਨੇ ਗਦਰੀ ਬਾਬਿਆਂ ਦੀ ਜਾਨ ਗਈ ਹੈ ਜੀ ਸੈਲੂਲਰ ਜੇਲ੍ਹ ਦੇ ਵਿੱਚ? 8 ਜਣਿਆਂ ਦੀ, ਤਸੀਹਿਆਂ ਨਾਲ, ਜਿਨ੍ਹਾਂ ਨੂੰ ਤਸੀਹੇ ਦੇ ਦੇ ਕੇ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਕਿ ਜਾਂ ਤਾਂ ਉਹਨਾਂ ਨੇ ਸੁਸਾਈਡ ਕਰ ਲਿਆ ਜਾਂ ਉਹਨਾਂ ਦੀ ਉਹਨਾਂ ਤਸੀਹਿਆਂ ਕਰਕੇ ਮੌਤ ਹੋ ਗਈ। ਤਾਂ ਉਹ 8 ਜਣੇ ਸੀ ਟੋਟਲ 'ਚ, ਯਾਦ ਰੱਖਣਾ। 19ਵਾਂ ਹੈ ਕਿ ਔਨ ਅ ਲੌਂਗ ਹੰਗਰ ਸਟ੍ਰਾਈਕ ਜੋਤਿਸ਼ ਚੰਦਰਪਾਲ ਵਾਸ ਟੋਟਲੀ ਮੈਡ ਐਂਡ ਰਿਮੂਵਡ ਟੂ ਅ ਮੈਂਟਲ ਹਸਪੀਟਲ। ਕਹਿੰਦੇ ਲੰਬੀ ਸਟ੍ਰਾਈਕ ਕਰਕੇ, ਹੰਗਰ ਸਟ੍ਰਾਈਕ ਕਰਕੇ, ਭੁੱਖ ਹੜਤਾਲ ਕਰਕੇ ਜਿਹੜਾ ਜੋਤਿਸ਼ ਚੰਦਰਪਾਲ ਸੀਗਾ ਉਹ ਮੈਡ ਹੋ ਗਿਆ, ਪਾਗਲ ਹੋ ਗਿਆ, ਅਤੇ ਫਿਰ ਉਸ ਨੂੰ ਮੈਂਟਲ ਹਸਪੀਟਲ ਦੇ ਵਿੱਚ ਵੀ ਭਰਤੀ ਕਰਾਇਆ ਗਿਆ। ਬਿਲਕੁਲ ਸਹੀ ਹੈ। ਤਾਂ ਹੁਣ ਦੇਖੋ ਜੋਤਿਸ਼ ਚੰਦਰਪਾਲ ਇੱਕ ਹੋਰ ਆ ਗਿਆ ਜੀ, 11ਵਾਂ 12ਵਾਂ ਕ੍ਰਾਂਤੀਕਾਰੀ ਆ ਗਿਆ, ਜਿਸ ਦਾ ਕਿ ਤੁਸੀਂ ਯਾਦ ਰੱਖਣਾ ਹੈ। ਇਹਦੀ ਡੈਥ ਨਹੀਂ ਸੀ ਹੋਈ, ਯਾਦ ਰੱਖਣਾ ਇਸ ਗੱਲ ਦਾ। ਇਸ ਨੂੰ ਜਸਟ ਹਸਪੀਟਲ 'ਚ ਦਾਖਲ ਕਰਾਇਆ ਗਿਆ ਸੀ ਕਿਉਂਕਿ ਇਹ ਪਾਗਲ ਹੋ ਗਿਆ ਸੀ। ਉਸ ਤੋਂ ਬਾਅਦ ਲਾਸਟ ਹੈ ਜੀ ਸਾਡਾ ਆਬਜੈਕਟਿਵ ਟਾਈਪ ਕੁਐਸਚਨ, ਦਾ ਜੇਲ ਵਾਸ ਫੁੱਲ ਆਫ ਮੋਸਕੀਟੋਜ਼ ਐਂਡ ਲੀਚੀਜ਼। ਕਿ ਜਿਹੜੀ ਜੇਲ੍ਹ ਸੀਗੀ ਇਹ ਮੱਛਰਾਂ ਤੇ ਜੋਕਾਂ ਨਾਲ ਭਰੀ ਹੋਈ ਸੀਗੀ। ਬਿਲਕੁਲ ਸਹੀ ਹੈ ਜੀ, ਟਰੂ, ਕਿਉਂਕਿ ਉੱਥੇ ਦਾ ਇਨਕਲੀਮੈਂਟ ਵੈਦਰ ਸੀ, ਤੇ ਇਦਾਂ ਦੇ ਵੈਦਰ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹਿਊਮਿਡਿਟੀ ਹੋਵੇ, ਇਹ ਜਿਹੜੇ ਮੱਛਰ ਤੇ ਜੋਂਕ ਹੈ ਇਹ ਬਹੁਤ ਜ਼ਿਆਦਾ ਪਨਪਦੇ ਆ। ਯਾਦ ਕਰੋ ਸਾਡੇ ਵੀ ਮੌਸਮ ਜਦੋਂ ਹੁੰਦਾ ਹੈ ਗਰਮੀਆਂ ਦੇ ਵਿੱਚ, ਜਦੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੁੰਦਾ ਸਾਨੂੰ, ਜਦੋਂ ਬਹੁਤ ਜ਼ਿਆਦਾ ਹਿਊਮਿਡਿਟੀ ਹੁੰਦੀ ਹੈ, ਤਾਂ ਉਦੋਂ ਮੱਛਰ ਪੂਰੇ ਬਹੁਤਾਤ 'ਚ ਹੁੰਦੇ। ਤਾਂ ਇਦਾਂ ਦਾ ਵੈਦਰ ਸੀਗਾ ਜੀ ਉੱਥੇ, ਬਹੁਤ ਹੀ ਬੁਰਾ ਵੈਦਰ ਸੀਗਾ। ਤਾਂ ਜਿਹੜਾ ਇਸ ਦੇ ਬੇਟਾ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈ ਇਹ ਅਸੀਂ ਆਲਰੇਡੀ ਕਵਰ ਕੀਤੇ ਹੋਏ ਬੜੇ ਚੰਗੀ ਤਰ੍ਹਾਂ, ਆਪਣੀਆਂ ਕਾਪੀਆਂ ਤੇ ਵੀ ਉਤਾਰੇ ਹੋਏ ਹੈ, ਤੇ ਉਮੀਦ ਹੈ ਕਿ ਤੁਹਾਨੂੰ ਯਾਦ ਵੀ ਹੋਣਗੇ, ਪੇਪਰਾਂ ਲਈ ਤਿਆਰੀ ਵੀ ਹੋਏਗੀ। ਮੈਂ ਇਸ ਦੇ ਵੀਡੀਓਜ਼ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਹੈ। ਅਤੇ ਉਸ ਤੋਂ ਬਾਅਦ ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨ ਦੇ ਵਿੱਚ ਬੇਟਾ ਇਹਦਾ ਜਿਹੜਾ ਮੇਨ ਕੁਐਸਚਨ ਹੈ ਉਹ ਥੀਮ ਆਫ ਦਾ ਚੈਪਟਰ ਹੈ, ਉਹ ਮੈਂ ਤੁਹਾਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਕਰਵਾਇਆ ਹੋਇਆ ਹੈ। ਤੇ ਕੁਝ ਬੱਚਿਆਂ ਨੇ ਮੈਨੂੰ ਇਹਦਾ ਟੈਸਟ ਵੀ ਦਿੱਤਾ ਹੋਇਆ ਹੈ, ਤੇ ਜਿਨ੍ਹਾਂ ਨੇ ਨਹੀਂ ਦਿੱਤਾ ਬੇਟਾ ਉਹਨਾਂ ਨੇ ਇਸ ਚੈਪਟਰ ਨੂੰ ਕਵਰ ਕਰ ਲੈਣਾ, ਤੇ ਹੋ ਸਕਿਆ ਤਾਂ ਤੁਸੀਂ ਮੈਨੂੰ ਇੱਕ ਵਾਰੀ ਲਿਖ ਕੇ ਜ਼ਰੂਰ ਦਿਖਾ ਦੇਣਾ। ਤਾਂ ਇਹਦੇ ਨਾਲ ਜੀ ਸਾਡਾ ਇਹ ਚੈਪਟਰ ਕਵਰ ਹੁੰਦਾ ਹੈ।